ਸਾਰੇ ਜਮਾਤੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਪੜਾਂਗੇ ਜਮਾਤ 12ਵੀਂ ਵਿਸ਼ਾ ਪੰਜਾਬੀ ਖੰਡ 2 ਕਹਾਣੀ ਦੇ ਵਿੱਚੋਂ ਅਗਲੀ ਕਹਾਣੀ ਮੈਨੂੰ ਜਾਣਨਾ ਹੈ। ਪਾਠ ਚੌਥਾ ਜਿਸ ਦੇ ਲਿਖਾਰੀ ਨੇ ਕੁਲਵੰਤ ਸਿੰਘ ਵਿਰਕ। ਤੁਸੀਂ ਵੇਖ ਰਹੇ ਹੋ ਪੰਜਾਬੀ ਟੀਚਰ ਰਾਜਸਥਾਨ ਬੋਰਡ ਦੇ ਪੰਜਾਬੀ ਵਿਸ਼ੇ ਦਾ ਪਹਿਲਾ YouTube ਚੈਨਲ। ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਸਬਸਕ੍ਰਾਈਬ ਕਰੋ। ਸਭ ਤੋਂ ਪਹਿਲਾਂ ਲੇਖਕ ਪਰਿਚੈ। ਕੁਲਵੰਤ ਸਿੰਘ ਵਿਰਕ ਦਾ ਜਨਮ 21 ਮਾਰਚ 1921 ਨੂੰ ਪਿੰਡ ਫੁਲੇਰਨ ਜ਼ਿਲ੍ਹਾ ਸ਼ੇਖਪੁਰਾ ਪਾਕਿਸਤਾਨ ਵਿਖੇ ਪਿਤਾ ਆਸਾ ਸਿੰਘ ਦੇ ਘਰ ਹੋਇਆ। ਉਸਨੇ 5ਵੀਂ ਦੀ ਪੜ੍ਹਾਈ ਨਨਕਾਣਾ ਸਾਹਿਬ ਤੋਂ ਪਾਸ ਕੀਤੀ। ਮੈਟ੍ਰਿਕ ਦੀ ਪੜ੍ਹਾਈ ਸ਼ੇਖਪੁਰਾ ਤੋਂ BA SD ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। MA ਪੰਜਾਬੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ। ਕਾਨੂੰਨ ਦੀ ਡਿਗਰੀ ਵੀ ਹਾਸਲ ਕੀਤੀ। ਫਿਰ ਫੌਜ ਵਿੱਚ ਭਰਤੀ ਹੋ ਗਏ। ਦੇਸ਼ ਵੰਡ ਤੋਂ ਬਾਅਦ ਉਸ ਦੀ ਡਿਊਟੀ ਸਾਬਕਾ ਫੌਜੀ ਹੋਣ ਦੇ ਨਾਤੇ ਉਧਾਲੇ ਹੋਏ ਹਿੰਦੂ ਸਿੱਖ ਪਰਿਵਾਰਾਂ ਦੀ ਸਾਂਭ ਸੰਭਾਲ ਵਿੱਚ ਲੱਗੀ। ਜਿਹੜੇ ਹਿੰਦੂ ਮੁਸਲਿਮ ਵੰਡ ਤੋਂ ਉਪਰੰਤ ਜਿਹੜੇ ਲੋਕ ਇੱਧਰ ਉੱਧਰ ਹੋਏ ਸੀ ਉਹਨੂੰ ਸੰਭਾਲਣ ਲਈ ਉਸ ਨੇ ਭਾਰਤ ਸਰਕਾਰ ਦੇ ਸੂਚਨਾ ਮਹਿਕਮਾ ਵਿੱਚ ਇਨਫੋਰਮੇਸ਼ਨ ਅਫਸਰ ਵਜੋਂ ਵੀ ਭੂਮਿਕਾ ਨਿਭਾਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਜੁਆਇੰਟ ਡਾਇਰੈਕਟਰ ਵਜੋਂ ਸ਼ਾਨਦਾਰ ਭੂਮਿਕਾ ਨਿਭਾਈ। 24 ਦਸੰਬਰ 1987 ਨੂੰ ਬਿਮਾਰੀ ਨਾਲ ਉਹਨਾਂ ਦੀ ਮੌਤ ਹੋ ਗਈ। ਛਾਂ ਵੇਲਾ ਧਰਤੀ ਤੇ ਆਕਾਸ਼ ਤੂੜੀ ਦੀ ਪੰਡ ਇਕਸ ਕੇ ਹੰਬਾਰਕ ਦੁੱਧ ਦਾ ਛੱਪੜ ਇਹਨਾਂ ਦੇ ਕਹਾਣੀ ਸੰਗ੍ਰਹਿ ਨੇ ਪ੍ਰਸਿੱਧ। ਅੱਜ ਆਪਾਂ ਪੜਾਂਗੇ ਉਹਨਾਂ ਦੀ ਇੱਕ ਬਹੁਤ ਹੀ ਪਿਆਰੀ ਕਹਾਣੀ ਮੈਨੂੰ ਜਾਣਨਾ। ਇਹ ਕਹਾਣੀ ਸ਼ੁਰੂ ਹੁੰਦੀ ਹੈ। ਜਿਹੜਾ ਮੈਂ ਪਾਤਰ ਹੈ ਲੇਖਕ ਉਹ ਬਾਜ਼ਾਰ ਦੇ ਵਿੱਚ ਸਮਾਨ ਖਰੀਦ ਰਿਹਾ ਹੁੰਦਾ ਹੈ। ਹੋਰ ਇੱਕ ਹੋਰ ਪਾਤਰ ਹੈ ਜਿਹੜਾ ਕਿ ਉਹਨਾਂ ਦੇ ਕੋਲ ਆਉਂਦਾ ਹੈ ਔਰ ਕੁਝ ਸਹਾਇਤਾ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਕਹਾਣੀ ਹੈ ਜੋ ਸ਼ੁਰੂ ਹੁੰਦੀ ਹੈ। ਮੈਨੂੰ ਟੋਕਰੀ ਵਿੱਚ ਫਲ ਪਵਾਉਂਦਿਆਂ ਵੇਖ ਕੇ ਉਹ ਚੁੱਕਣ ਲਈ ਦੁਕਾਨ ਤੇ ਆ ਖਲੋਤਾ। ਟੋਕਰੀ ਚੁੱਕਣੀ ਹੈ? ਉਸ ਹੌਲੀ ਜਿਹੇ ਪੁੱਛਿਆ। ਇਹੋ ਜਿਹੀ ਦਿਸਣੀ ਵਾਲੇ ਚਿਹਰੇ ਵਿੱਚੋਂ ਮੈਨੂੰ ਇਸ ਤੋਂ ਉੱਚੀ ਆਵਾਜ਼ ਆਉਣ ਦੀ ਉਮੀਦ ਨਹੀਂ ਸੀ। ਓਪਰੀ ਜੀ ਨਜ਼ਰ ਨਾਲ ਦੇਖਿਆ ਕਿ ਇਹ ਦਿਸ ਪੈਂਦਾ ਸੀ। ਓਪਰੀ ਜੀ ਨਜ਼ਰ ਨਾਲ ਵੇਖਿਆ ਵੀ ਇਹ ਦਿਸ ਪੈਂਦਾ ਸੀ ਕਿ ਉਸ ਦੇ ਹੋਸ਼ ਆਵਾਜ਼ ਬਹੁਤੇ ਟਿਕਾਣੇ ਨਹੀਂ। ਅਸਲੋਂ ਹੀ ਮੁਰਦਾ ਦਿਲ ਜਾਪਦਾ ਸੀ। ਮੈਂ ਨਾ ਕਰ ਦਿੱਤੀ। ਪਰ ਇੱਕ ਬੰਦਾ ਆਇਆ ਔਰ ਉਸਨੇ ਉਹਦੀ ਸਹਾਇਤਾ ਕਰਨੀ ਚਾਹੀਏ ਹੋਏ ਕਿ ਮੈਂ ਤੁਹਾਡੀ ਟੋਕਰੀ ਚੁੱਕਾਂ, ਪਰੰਤੂ ਜਿਹੜਾ ਮੈਂ ਪਾਤਰ ਸੀ ਉਹਨੇ ਨਾ ਕਰ ਦਿੱਤੀ। ਨਹੀਂ, ਉਸ ਨੂੰ ਆਪਣੇ ਨਾਲ ਤੋਰਨ ਨੂੰ ਮੇਰਾ ਜੀ ਨਹੀਂ ਕਰਦਾ ਸੀ। ਜੇ ਉਸ ਨੂੰ ਅਜੇ ਵੀ ਮਨੁੱਖ ਕਿਹਾ ਜਾ ਸਕਦਾ ਸੀ ਤਾਂ ਉਹ ਮਨੁੱਖਤਾ ਦਾ ਬੜਾ ਮਿਧਿਆ ਹੋਇਆ ਨਮੂਨਾ ਸੀ। ਜ਼ਿੰਦਗੀ ਉਸ ਵਿੱਚ ਇੰਨੀ ਕੁ ਸੀ ਜਿੰਨੀ ਮਾਂ ਦੇ ਦਾਣੇ ਵਿੱਚ ਸਫੇਦੀ। ਉਸ ਦੇ ਮੱਥੇ, ਬੁੱਲ, ਧੌਣ, ਕੱਪੜੇ, ਪੈਰ ਸਾਰਿਆਂ ਤੇ ਜਿਵੇਂ ਇੱਕ ਸੁਹਾਗਾ ਵੱਜ ਗਿਆ ਹੋਇਆ ਹੈ। ਉਹਨਾਂ ਵਿੱਚੋਂ ਕੋਈ ਵੀ ਵੇਖਣ ਵਾਲੇ ਦੇ ਦਿਲ ਨੂੰ ਆਵਾਜ਼ ਨਹੀਂ ਮਾਰਦਾ ਸੀ। ਉਸ ਨਾਲ ਗੱਲ ਕੀਤਿਆਂ ਜਵਾਬ ਆਉਣ ਦੀ ਕੋਈ ਉਮੀਦ ਨਹੀਂ ਸੀ। ਸਮਾਨ ਚੁੱਕ ਕੇ ਨਾਲ ਤੁਰਨ ਵਾਲਾ ਵੀ ਤੇ ਆਖਰ ਸਾਥੀ ਹੀ ਹੁੰਦਾ ਹੈ। ਤੁਸੀਂ ਕਿਸੇ ਬੰਦੇ ਨੂੰ ਸਮਾਨ ਚੁਕਾ ਕੇ ਜਾਂ ਉਸ ਨਾਲ ਇੱਕ ਤਰ੍ਹਾਂ ਨਿਰਸੰਬੰਧ ਹੋ ਕੇ ਨਹੀਂ ਤੁਰ ਸਕਦੇ। ਜਿਵੇਂ ਖੋਤੇ ਜਾਂ ਮੋਟਰ ਤੇ ਸਮਾਨ ਰੱਖਿਆ ਹੋਇਆ ਹੁੰਦਾ ਹੈ, ਉਸ ਦੀ ਹੋਣ ਦਾ ਪ੍ਰਭਾਵ ਤੁਹਾਡੇ ਤੇ ਪੈਂਦਾ ਰਹਿੰਦਾ ਹੈ। ਮੇਰੇ ਨਾ ਕਰਨ ਦਾ ਉਸ ਤੇ ਅਸਲੋਂ ਕੋਈ ਅਸਰ ਨਾ ਹੋਇਆ। ਪਤਾ ਨਹੀਂ ਉਸਨੇ ਸੁਣਿਆ ਵੀ ਕਿ ਨਾ। ਮੈਨੂੰ ਉਸ ਦੀ ਸੁਣਨ, ਬੋਲਣ, ਵੇਖਣ ਕਿਸੇ ਵੀ ਸ਼ਕਤੀ ਤੇ ਕੋਈ ਵਿਸ਼ਵਾਸ ਨਹੀਂ ਸੀ। ਉਸ ਨੂੰ ਅਜੇ ਵੀ ਉੱਥੇ ਖਲੋਤਾ ਵੇਖ ਕੇ ਦੁਕਾਨਦਾਰ ਮੈਨੂੰ ਖੁਸ਼ ਕਰਨ ਲਈ ਉਸ ਨਾਲ ਤੱਤਾ ਹੋਣ ਲੱਗ ਪਿਆ। ਉਸ ਦੀ ਬੇਇੱਜ਼ਤੀ ਦਾ ਕਾਰਨ ਬਣ ਕੇ ਮੈਨੂੰ ਅਫਸੋਸ ਹੋਇਆ। ਆਖਰ ਮੈਂ ਕਿਸੇ ਨੂੰ ਤੇ ਫਲ ਚੁਕਾਣੇ ਹੀ ਸਨ। ਆਖਰ ਮੈਂ ਕਿਸੇ ਨੂੰ ਤਾਂ ਫਲ ਚੁਕਾਣੇ ਹੀ ਸਨ। ਚਲੋ ਇਸੇ ਨੂੰ ਹੀ ਚੁਕਾ ਲੈਂਦੇ ਹਾਂ। ਮੈਂ ਮੰਨ ਗਿਆ। ਹੁਣ ਇੱਕ ਪਾਤਰ ਆਇਆ ਸੀ ਜਿਹਨੇ ਫਲ ਵਾਸਤੇ ਕਿਹਾ ਸੀ। ਪਹਿਲਾਂ ਤਾਂ ਲੇਖਕ ਨੇ ਉਹਨੂੰ ਨਾ ਕਰ ਦਿੱਤੀ, ਪਰੰਤੂ ਫਿਰ ਵੀ ਉਹ ਉੱਥੇ ਖੜਾ ਰਿਹਾ ਔਰ ਉਹ ਵਿਚਾਰਾ ਚਿਹਰੇ ਤੋਂ ਬੜਾ ਹੀ ਗਰੀਬ ਔਰ ਸਿੱਧਾ ਪੱਧਰਾ ਜਿਹਾ ਲੱਗਦਾ ਸੀ, ਇੱਕਦਮ ਹੀ ਮਟਮੈਲਾ ਜਿਹਾ ਆਦਮੀ। ਤੇ ਅਖੀਰ ਦੇ ਵਿੱਚ ਜਦੋਂ ਦੁਕਾਨਦਾਰ ਨੇ ਡਾਂਟਿਆ ਤਾਂ ਲੇਖਕ ਦਾ ਦਿਲ ਹੈ ਉਹ ਥੋੜਾ
ਨਰਮ ਜਾ ਸੀਗਾ ਤੇ ਉਹਨੇ ਕਿਹਾ ਮੈਂ ਉਹਦੀ ਬੇਇੱਜ਼ਤੀ ਦਾ ਕਾਰਨ ਨਹੀਂ ਬਣਨਾ ਚਾਹੁੰਦਾ, ਉਹ ਚਲੋ ਚੁਕਾ ਦਿੰਦੇ ਆ। ਫਿਰ ਉਹਨੂੰ ਫਲ ਚੁਕਾਤੇ। ਅਸੀਂ ਤੁਰ ਪਏ। ਹੁਣ ਉਹ ਦੋਨੋਂ ਟੁਰ ਚੁੱਕੇ ਨੇ। ਟੁਰਦਿਆਂ ਟੁਰਦਿਆਂ ਮੈਂ ਇਹ ਜਾਣਨ ਲਈ ਕਾਹਲਾ ਪੈ ਗਿਆ ਕਿ ਕਿਸ ਗੱਲ ਨੇ ਉਸ ਨੂੰ ਇਸ ਤਰ੍ਹਾਂ ਰਗੜ ਸੁੱਟਿਆ ਹੈ। ਭੁੱਖ ਨੰਗ ਤੇ ਮਿੱਧੇ ਹੋਏ ਲੋਕ ਮੈਂ ਅੱਗੇ ਵੇਖੇ ਸਨ। ਉਹਨਾਂ ਵਿੱਚੋਂ ਤਾਂ ਕਈਆਂ ਨੂੰ ਇਸ ਨਾਲ ਹੋਰ ਵੀ ਬਲ ਮਿਲ ਜਾਂਦਾ ਹੈ ਤੇ ਉਹ ਹੋਰ ਵੀ ਵਧੇਰੇ ਚੇਤਨ ਹੋ ਜਾਂਦੇ ਨੇ। ਨਹੀਂ, ਇਹ ਉਹਨਾਂ ਵਿੱਚੋਂ ਨਹੀਂ ਸੀ। ਇਹ ਬੰਦਾ ਥੋੜਾ ਹਟ ਕੇ ਸੀ, ਅਲੱਗ ਸੀ। ਉਸ ਨੇ ਤਾਂ ਸ਼ਾਇਦ ਇਹ ਵੀ ਪਤਾ ਨਹੀਂ ਸੀ ਕਿ ਉਹ ਕੁਮਲਾ ਗਿਆ ਹੈ। ਉਸ ਨੂੰ ਇਹ ਪਤਾ ਨਹੀਂ ਸੀ ਵੀ ਉਹ ਕੁਮਲਾ ਗਿਆ ਹੈ। ਪੈਰ ਪੈਰ ਤੇ ਮੈਨੂੰ ਡਰ ਲੱਗਦਾ ਸੀ ਕਿ ਉਹ ਕਿਧਰੇ ਮੋਟਰ ਟਾਂਗੇ ਥੱਲੇ ਨਾ ਆ ਜਾਵੇ। ਬਹੁਤ ਕਮਜ਼ੋਰ ਸੀ ਵਿਚਾਰਾ। ਤੂੰ ਇੱਥੇ ਦਾ ਹੈ ਕਿ ਉਧਰੋਂ ਆਇਆ ਹੈ? ਮੈਂ ਗੱਲ ਛੇੜ ਦਿੱਤੀ। ਉਧਰੋਂ ਤੋਂ ਭਾਉ ਮੇਰਾ ਪਾਕਿਸਤਾਨ ਤੋਂ ਸੀ। ਉਸ ਨੇ ਮੇਰੀ ਗੱਲ ਨਾ ਗੋਲੀ। ਮੇਰੇ ਸਵਾਲਾਂ ਦਾ ਜਵਾਬ ਦੇਣ ਨੂੰ ਉਹ ਕੋਈ ਕਾਹਲਾ ਨਹੀਂ ਸੀ। ਜਾਂ ਤੇ ਉਹ ਸੁਣਦਾ ਨਹੀਂ ਸੀ ਜਾਂ ਸੁਣ ਕੇ ਸਮਝਦਾ ਨਹੀਂ ਸੀ। ਪਿਛਲੀ ਗੱਲ ਸੱਚਾਈ ਦੇ ਵਧੇਰੇ ਨੇੜੇ ਦਿਸਦੀ ਹੈ। ਬਈ ਉਹ ਸੁਣ ਕੇ ਸਮਝ ਨਹੀਂ ਰਿਹਾ ਸੀ ਗੱਲ ਨੂੰ, ਇੰਟਰਸਟ ਨਹੀਂ ਲੈ ਰਿਹਾ ਸੀ ਲੇਖਕ ਦੀਆਂ ਗੱਲਾਂ ਦੇ ਵਿੱਚ। ਬਾਹਰਲੀਆਂ ਆਵਾਜ਼ਾਂ ਉਸਦੇ ਦਿਮਾਗ ਵਿੱਚ ਖੁੱਭ ਕੇ ਕੋਈ ਜਵਾਬ ਕੱਢਣ ਦੀ ਥਾਂ ਇੱਧਰ ਉੱਧਰ ਤਿਲਕ ਜਾਂਦੀਆਂ, ਜਿਵੇਂ ਬਤਖ ਦੇ ਪਿੰਡੇ ਤੋਂ ਪਾਣੀ ਤਿਲਕਦਾ ਹੈ। ਬੜੀ ਮੁਸ਼ਕਲ ਨਾਲ ਮੈਂ ਕੁਝ ਗੱਲਾਂ ਉਸਦੇ ਅੰਦਰੋਂ ਖੁਰਚੀਆਂ, ਬਈ ਕੱਢਣ ਦੀ ਕੋਸ਼ਿਸ਼ ਕੀਤੀ ਅੰਦਰੋਂ ਗੱਲਾਂ। ਤੂੰ ਪਾਕਿਸਤਾਨ ਵਿੱਚੋਂ ਆਇਆ ਹੋਇਆ ਏ? ਆਹੋ। ਕਿਹੜੇ ਥਾਂ? ਸਾਂਗਲਿਓ। ਇੱਥੇ ਕੀ ਕਰਨਾ ਏ? ਕੁਝ ਵੀ ਨਹੀਂ। ਰਾਤ ਸੌਂਦਾ ਕਿੱਥੇ ਵੇ? ਇੱਥੇ ਹੀ ਸੜਕ ਤੇ ਸੋ ਰਹਿਣਾ ਵਾ। ਰੋਟੀ ਕਿੱਥੋਂ ਖਾਣਾ ਏ? ਲੇਖਕ ਨੇ ਪੁੱਛਿਆ। ਕਿਸੇ ਤਨੂਰ ਤੋਂ ਖਾ ਲੈਣਾ, 2 ਆਨਿਆਂ ਦੀ। ਤੇਰੀ ਵਹੁਟੀ, ਧੀ, ਪੁੱਤਰ, ਭੈਣ, ਭਰਾ ਕੁਝ ਨਹੀਂ? ਉਸ ਨੇ ਸਿਰ ਫੇਰ ਦਿੱਤਾ। ਤੂੰ ਦਿਹਾੜੀ ਵਿੱਚ ਕਿੰਨੇ ਪੈਸੇ ਖੱਟ ਲੈਣਾ ਹੈ? ਇਹੋ 5-7 ਆਨੇ। ਉਹ ਸਾਂਗਲੇ ਤੋਂ ਆਇਆ ਸੀ। ਮੈਂ ਸੁਣਿਆ ਹੋਇਆ ਸੀ ਕਿ ਸਾਂਗਲੇ ਇੱਕ ਪਹਾੜੀ ਹੈ ਜਿਸ ਤੋਂ ਪੱਥਰ ਕੱਟ ਕੇ ਗੱਡੀ ਦੀਆਂ ਲਾਈਨਾਂ ਤੇ ਵਿਛਾਇਆ ਜਾਂਦਾ ਹੈ। ਇਸੇ ਲਈ ਉਸ ਨੂੰ ਸਾਂਗਲਾ ਹਿੱਲ ਵੀ ਆਖਦੇ ਹਨ। ਤੂੰ ਉੱਥੇ ਸਾਂਗਲੇ ਕਦੇ ਪਹਾੜੀ ਤੇ ਚੜ੍ਹਿਆ ਹੈ? ਮੈਂ ਗੱਲ ਟੋਰੀ ਰੱਖਣ ਲਈ ਕਿਹਾ। ਹੈਂ? ਤੂੰ ਸਾਂਗਲੇ ਤੋਂ ਆਇਆ ਹੈ ਨਾ? ਉੱਥੇ ਜਿਹੜੀ ਪਹਾੜੀ ਸੀ, ਤੂੰ ਕਦੀ ਉਸ ਤੇ ਚੜ੍ਹਿਆ ਸੈਂ? ਹੁਣ ਅੱਗੋਂ ਬੰਦਾ ਬੋਲਦਾ, ਤੂੰ ਮੈਨੂੰ ਜਾਣਨਾ? ਉਸ ਚਾਹ ਨਾਲ ਉਛਲ ਕੇ ਗਿਆ ਉਹਨੇ, ਤੂੰ ਮੈਨੂੰ ਜਾਣਨਾ? ਪਹਾੜੀ ਨਾਲ ਜੋੜਿਆ ਜਿਵੇਂ ਉਸ ਨੂੰ ਅੰਮ੍ਰਿਤ ਦਾ ਟੀਕਾ ਲੱਗ ਗਿਆ ਹੋਵੇ। ਆਪਣੇ ਸਾਂਗਲੇ ਤੋਂ ਆਉਣ ਦੀ ਗੱਲ ਉਸ ਆਪ ਮੈਨੂੰ ਦੱਸੀ ਸੀ। ਇਹ ਉਸ ਨੂੰ ਯਾਦ ਨਹੀਂ ਸੀ। ਆਹੋ, ਮੈਂ ਤੈਨੂੰ ਉੱਥੇ ਵੇਖਿਆ ਏ। ਮੈਂ ਉਸਦਾ ਦਿਲ ਨਹੀਂ ਤੋੜਨਾ ਚਾਹੁੰਦਾ ਸੀ। ਹਲਾ ਉਸਦੇ ਮੂੰਹ ਤੇ ਖੇੜਾ ਖੇਡ ਰਿਹਾ ਸੀ। ਉਹ ਸਿਰ ਤੋਂ ਪੈਰਾਂ ਤੱਕ ਮੈਨੂੰ ਚੰਗੀ ਤਰ੍ਹਾਂ ਵੇਖਿਆ ਤੇ ਫਿਰ ਆਪਣੇ ਆਪ ਨੂੰ, ਜਦ ਦਾ ਉਹ ਮੇਰੇ ਨਾਲ ਤੁਰਿਆ ਸੀ, ਪਹਿਲੀ ਵਾਰ ਉਸ ਨੇ ਕੁਝ ਦੇਖਣ ਦੀ ਕੋਸ਼ਿਸ਼ ਕੀਤੀ ਸੀ। ਤੂੰ ਮੈਨੂੰ ਉੱਥੇ ਵੇਖਿਆ? ਉਸ ਮੇਰੀ ਕੀਤੀ ਹੋਈ ਗੱਲ ਨੂੰ ਫਿਰ ਦੁਹਰਾਇਆ। ਮੈਂ ਵੀ ਅੱਗੋਂ ਆਖ ਛੱਡਿਆ, ਆਹੋ। ਮੈਨੂੰ ਤੇ ਨਹੀਂ ਤੇਰਾ ਚੇਤਾ ਆਉਂਦਾ? ਤੈਨੂੰ ਨਹੀਂ ਆਉਂਦਾ, ਪਰ ਮੈਂ ਤੈਨੂੰ ਉੱਥੇ ਵੇਖਿਆ। ਇੰਨੇ ਨੂੰ ਅਸੀਂ ਘਰ ਅੱਪੜ ਪਏ। ਮੈਂ ਉਸ ਨੂੰ ਮਜ਼ਦੂਰੀ ਦਿੱਤੀ। ਇੱਕ ਗੱਲ ਹੋਰ ਏ। ਕੀ? ਮੈਨੂੰ ਕੋਈ ਪੁਰਾਣਾ ਕਮੀਜ਼ ਪਜਾਮਾ ਦੇ। ਹੁਣ ਉਹ ਬੰਦਾ ਉਸ ਤੋਂ ਕਮੀਜ਼ ਪਜਾਮਾ ਮੰਗ ਰਿਹਾ ਤੇ ਲੇਖਕ ਨਵੀਂ ਗੰਢੀ ਵਾਕਫੀ ਕਰਕੇ ਮੈਂ ਉਸ ਨੂੰ ਨਾ ਨਹੀਂ ਕਰ ਸਕਦਾ ਸਾਂ। ਇੱਕ ਪੁਰਾਣੀ ਕਮੀਜ਼ ਤੇ ਪਜਾਮੇ ਮੈਂ ਅੰਦਰੋਂ ਲਿਆ ਕੇ ਉਸ ਨੂੰ ਦੇ ਦਿੱਤਾ। ਕਮੀਜ਼ ਪਜਾਮਾ ਲਿਆ ਕੇ ਫੜਾਤਾ ਲੇਖਕ ਨੇ ਉਹਨੂੰ। ਉਹ ਖੁਸ਼ੀ ਪਿਛਾਂਹ ਮੁੜ ਗਿਆ। ਉਸ ਦਾ ਪੈਰ ਹੁਣ ਕੁਛ ਤ੍ਰਿਖਾ ਸੀ।
ਚਾਲ 'ਚ ਤੇਜ਼ੀ ਆ ਗਈ ਹੁੰਦੀ, ਬਈ ਉਹਨੂੰ ਲੱਗਿਆ ਕਿ ਕੋਈ ਬੰਦਾ ਮਿਲ ਗਿਆ ਆਪਾਂ ਨੂੰ। 3-4 ਦਿਨ ਲੰਘ ਗਏ। ਇੱਕ ਦਿਨ ਉਹ ਮੇਰੇ ਘਰ ਆ ਕੇ ਆਵਾਜ਼ਾਂ ਮਾਰਨ ਲੱਗ ਪਿਆ। ਮੈਂ ਬਾਹਰ ਆਇਆ ਤੇ ਉਸ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਹ ਪਹਿਲੇ ਨਾਲੋਂ ਬਹੁਤ ਬਦਲਿਆ ਹੋਇਆ ਸੀ। ਉਸ ਨੇ ਮੇਰਾ ਦਿੱਤਾ ਹੋਇਆ ਕਮੀਜ਼ ਪਜਾਮਾ ਪਾਇਆ ਹੋਇਆ ਸੀ। ਉਸ ਦਾ ਮੂੰਹ, ਅੱਖਾਂ, ਨੱਕ ਸਭ ਨਿਖਰੇ ਹੋਏ ਸਨ। ਕੋਲ ਹੀ ਉਸਨੇ ਇੱਕ ਸਾਈਕਲ ਰਿਕਸ਼ਾ ਖੜੀ ਕੀਤੀ ਹੋਈ ਸੀ। ਮਤਲਬ ਪਿਛਲੀ ਵਾਰ ਨਾਲੋਂ ਇਸ ਵਾਰ ਉਹ ਜ਼ਿਆਦਾ ਅਪਡੇਟ ਸੀਗਾ। ਚੰਗਾ ਨਹਾ ਧੋ ਕੇ, ਚੰਗਾ ਕੁੜਤਾ ਪਜਾਮਾ ਸਾਫ ਸੁਥਰਾ ਬਣ ਕੇ ਆਇਆ ਸੀ। ਪਰੰਤੂ ਪਿਛਲੀ ਵਾਰ ਜਦੋਂ ਮਿਲਿਆ ਸੀ ਤਾਂ ਉਹ ਮੈਲਾ ਕੁਚੇਲਾ, ਭੁੱਖਾ, ਤਰਾਇਆ, ਕਮਜ਼ੋਰ ਜਿਹਾ ਲੱਗ ਰਿਹਾ ਸੀ। ਪਰ ਹੁਣ ਕੁਝ ਤਰੋ ਤਾਜ਼ਾ, ਨਰੋਇਆ ਕੁਝ ਲੱਗ ਰਿਹਾ ਸੀ। ਹੁਣ ਅੱਗੇ ਉਹ ਕੀ ਕਹਿੰਦਾ, ਸੈਰ ਕਰਨ ਜਾਣਾ? ਉਸ ਪੁੱਛਿਆ। ਉਹ ਹੁਣ ਰਿਕਸ਼ਾ ਵਾਹੁਣ ਲੱਗ ਪਿਆ ਸੀ ਤੇ ਆਪਣੇ ਰਿਕਸ਼ੇ ਤੇ ਬੈਠ ਕੇ ਮੈਨੂੰ ਇੱਧਰ ਉੱਧਰ ਘੁਮਾਉਣਾ ਚਾਹੁੰਦਾ ਸੀ। ਨਹੀਂ ਭਾਈ, ਮੈਂ ਵਾਂਢੇ ਜਾਣਾ, ਹੁਣ ਸਮਾਨ ਬਣ ਰਿਹਾ ਹਾਂ, 10 ਦਿਨਾਂ ਨੂੰ ਮੁੜ ਕੇ ਆਵਾਂਗਾ, ਫਿਰ ਤੇਰੇ ਨਾਲ ਸੈਰ ਕਰਨ ਚੱਲਾਂਗਾ। 10 ਦਿਨਾਂ ਪਿੱਛੋਂ ਉਹ ਫਿਰ ਆਇਆ। ਮੈਂ ਉਸ ਦੇ ਰਿਕਸ਼ੇ ਤੇ ਬੈਠ ਗਿਆ। ਹੁਣ ਦੋ ਰਿਕਸ਼ੇ ਤੇ ਬਹਿ ਕੇ ਚੱਲੇ ਆ ਬਈ। ਕਿੱਥੇ ਦੀ ਸੈਰ ਕਰਨੀ ਏ? ਉਸ ਪੁੱਛਿਆ। ਮੈਂ ਕਿਹਾ, ਜਿੱਥੇ ਸਲਾਹ ਲੈ ਚੱਲ। ਇੱਕ ਗਲੀ ਵਿੱਚ ਜਾ ਕੇ ਉਸਨੇ ਰਿਕਸ਼ਾ ਖੜੀ ਕਰ ਦਿੱਤੀ। ਉਸ ਜੰਦਰਾ ਖੋਲਿਆ। ਅਸੀਂ ਇੱਕ ਕੋਠੇ ਵਿੱਚ ਵੜ ਗਏ। ਉੱਥੇ ਇੱਕ ਮੰਜੀ ਡੱਠੀ ਹੋਈ ਸੀ, ਮੰਜੀ ਡਾਈ ਹੋਈ ਸੀ। ਇੱਕ ਕੰਧ ਤੇ ਇੱਕ ਲਾਲਟੈਨ ਟੰਗੀ ਹੋਈ ਸੀ ਤੇ ਪੁਰਾਣੇ ਰਸਾਲਿਆਂ ਤੇ ਅਖਬਾਰਾਂ ਵਿੱਚੋਂ ਪਾੜੀਆਂ ਹੋਈਆਂ ਹੀਰੋਇਨਾਂ, ਐਕਟਰੈਸਾਂ ਦੀਆਂ ਕੁਝ ਤਸਵੀਰਾਂ ਲੱਗੀਆਂ ਹੋਈਆਂ ਸਨ। ਮੈਂ ਮੰਜੀ ਤੇ ਬੈਠ ਗਿਆ। ਮੈਂ ਪੁੱਛਿਆ, ਇਹ ਕੋਠਾ ਤੇਰਾ ਹੈ? ਇਹ ਮੈਂ ਕਿਰਾਏ ਤੇ ਲਿਆ ਹੈ। ਮੈਂ ਕਿਹਾ, ਤੈਨੂੰ ਸੈਰ ਕਰਾਉਣ ਲਿਆਵਾਂਗਾ ਕਿੱਥੇ? ਇਸ ਰਿਕਸ਼ੇ ਵਿੱਚ ਮੈਨੂੰ 2-3 ਰੁਪਏ ਰੋਜ਼ ਬਚ ਜਾਂਦੇ ਨੇ, ਕਿਰਾਇਆ ਕਰੂਆ ਦੇ ਲਵਾਂਗੇ। ਉਧਰ ਕੀ ਕੰਮ ਕਰਦਾ ਸੈਂ ਤੂੰ? ਉਹਨੇ ਪੁੱਛਿਆ ਵੀ ਉਧਰ ਕੀ ਕੰਮ ਕਰਦਾ ਸੀ? ਉਧਰ ਮੈਂ ਕਈ ਕੰਮ ਕੀਤੇ। ਮੇਰਾ ਪਿਓ ਆਪਣੇ ਪਿੰਡ ਵਿੱਚ ਖੱਡੀ ਉਣਦਾ ਸੀ। ਪਹਿਲੇ ਮੈਂ ਖੱਡੀ ਉਣਨੀ ਸਿੱਖੀ, ਫਿਰ ਖੱਡੀਆਂ ਛੱਡ ਕੇ ਬੱਕਰੀਆਂ ਪਾਲੀਆਂ। ਫਿਰ ਮੇਰਾ ਪਿਓ ਮਰ ਗਿਆ। ਹੋਰ ਕੋਈ ਭੈਣ ਭਰਾ ਹੈ ਨਹੀਂ ਸੀ। ਉਹ ਹੱਟੀ ਚੁੱਕ ਕੇ ਮੈਂ ਸਾਂਗਲੇ ਸ਼ਹਿਰ ਲੈ ਆਂਦੀ ਤੇ ਉੱਥੇ ਹੀ ਮਿਸਰੀ ਨਸਾਦਰ ਦੇ ਡੱਬੇ ਪੀਪੇ ਭਰੇ ਭਰਾਏ ਛੱਡ ਕੇ ਇੱਧਰ ਆ ਗਿਆ। ਫਿਰ ਹੁਣ ਤੂੰ ਮਿਲ ਪਿਓ। ਮੈਂ ਦਿਵਾਲੇ ਦੀ ਸੁੰਨ ਅਨੁਭਵ ਕਰਦਿਆਂ ਹੋਇਆ ਉਹਨੂੰ ਮਸ਼ਵਰਾ ਦਿੱਤਾ, ਤੂੰ ਹੁਣ ਵਿਆਹ ਕਰਾ ਲੈ। ਉਹ ਅੱਗੋਂ ਕੀ ਜਵਾਬ ਦਿੰਦਾ, ਵਿਆਹ ਤਾਂ ਮੈਂ ਉੱਧਰ ਵੀ ਕਰਾਇਆ ਸੀ। ਇੱਕ ਦਿਨ ਮੈਂ ਉਹਨੂੰ 2 ਚਪੇੜਾ ਮਾਰ ਬੈਠਾ। ਰੋਣ ਪਿੱਟਣ ਲੱਗ ਪਈ। ਆਂਢ ਗੁਆਂਢ ਨੂੰ ਰੋ ਰੋ ਸੁਣਾਈ। ਆਖੇ ਮੈਂ ਮੁਫਤ ਲੱਭੀਆਂ ਤਾਂ ਹੀ ਹੋਈ ਤੇ ਮਾਰਦਾ ਏ। ਜੇ ਪੈਸੇ ਖਰਚ ਕਰਕੇ ਲਿਆਈ ਹੁੰਦੀ ਤਾਂ ਕਾਹਤੋਂ ਮਾਰਦਾ। ਅਗਲੇ ਦਿਨ ਉਹ ਪੇਕਿਆਂ ਦੇ ਘਰ ਟੁਰ ਗਈ। ਬਸ ਫਿਰ ਨਹੀਂ ਆਈ। ਹੁਣ ਜੇ ਵਿਆਹ ਕਰਾਇਆ ਤਾਂ ਪੈਸੇ ਦੇ ਕੇ ਹੀ ਕਰਾਂਗੇ। ਉਂਝ ਵੀ ਕਿਹੜਾ ਸਾਡੇ ਲਈ ਕੋਈ ਮੁਫਤ ਸਾਕ ਲਈ ਬੈਠਾ ਹੈ। ਇੱਧਰ ਆ ਕੇ ਵਰਿਆਂ ਪਿੱਛੋਂ ਤੇ ਸਿਆਣੂ ਬੰਦਾ ਮੱਥੇ ਲੱਗਾ ਏ। ਬਸ ਕੁਝ ਕਰੋ ਕੁਝ ਨਾ ਕਰੋ, ਕੋਈ ਵੇਖਦਾ ਹੀ ਨਹੀਂ, ਕੋਈ ਸਿਆਣਦਾ ਹੀ ਨਹੀਂ। ਪਤਾ ਨਹੀਂ ਲੋਕ ਕਿੱਧਰ ਨੂੰ ਲੱਗ ਗਏ ਨੇ। ਵਿਆਹ ਤੇ ਹੁਣ ਮੈਂ ਕਰਾ ਲੈਣਾ, ਬਸ ਪੈਸੇ ਇਕੱਠੇ ਹੋਣ ਦੀ ਦੇਰ ਹੈ। ਜਦੋਂ ਦਾ ਤੂੰ ਇੱਧਰ ਆਇਆ ਏ, ਜੇ ਉਦੋਂ ਦਾ ਲੱਗਾ ਹੁੰਦਾ ਤਾਂ ਹੁਣ 2 ਵੋਟੀਆਂ ਜੋਗੇ ਪੈਸੇ ਜੋੜ ਲੈਣੇ ਸਨ। ਮੈਂ ਉਸਨੂੰ ਹੱਲਾ ਸੇਰੀ ਦਿੰਦੇ ਕਿਹਾ। ਕੋਈ ਸੁਰ ਹੀ ਨਹੀਂ ਲੱਗੀ, ਕੋਈ ਸੁਰ ਹੀ ਨਹੀਂ ਲੱਗਾ। ਮੈਨੂੰ ਤੇ ਸੁਰਤੀ ਹੁਣ ਆਈ ਏ। ਜਿਉਂ ਦਾ ਪਰਾਂ ਟੱਪਿਆ, ਮੈਨੂੰ ਤੇ ਜਾਣਦਾ ਹੀ ਕੋਈ ਨਹੀਂ ਹੈ। ਹੁਣ ਆਪਾਂ ਕਰਦੇ ਹਾਂ ਅਭਿਆਸ ਪ੍ਰਸ਼ਨ। ਕਹਾਣੀ ਵਿੱਚ ਆਪਾਂ ਦੇਖਿਆ ਕਿਸ ਤਰੀਕੇ ਨਾਲ ਇੱਕ ਪਾਤਰ ਸੀ, ਉਹ ਮੈਂ ਪਾਤਰ ਨੂੰ ਮਿਲਦਾ ਹੈ ਤੇ ਗੱਲ ਅੱਗੇ ਵੱਧਦੀ ਹੈ। ਔਰ ਜਾਣਕਾਰੀ ਹੋਣ ਦੇ ਕਾਰਨ ਕਿੰਨਾ ਜ਼ਿਆਦਾ ਉਹ ਹੋਰ ਆਪਣੇ ਆਪ ਨੂੰ ਸੁਖਾਵਾ ਮਹਿਸੂਸ ਕਰਦਾ ਹੈ, ਵਧੀਆ, ਤੰਦਰੁਸਤ, ਖੁਸ਼ ਮਹਿਸੂਸ ਕਰਦਾ ਹੈ। ਮੈਂ ਪਾਤਰ ਕਹਾਣੀ ਦੇ ਆਰੰਭ ਵਿੱਚ
ਉਸ ਬਾਰੇ ਕੀ ਸੋਚਦਾ ਹੈ। ਉਸ ਨੂੰ ਵੇਖ ਕੇ ਮੈਂ ਪਾਤਰ ਨੂੰ ਲੱਗਿਆ ਕਿ ਇਸ ਦੇ ਹੋਸ਼ ਆਵਾਸ ਬਹੁਤੇ ਟਿਕਾਣੇ ਨਹੀਂ। ਉਹ ਅਸਲੋਂ ਹੀ ਮੁਰਦਾ ਦਿਲ ਜਾਪਦਾ ਸੀ। ਉਹ ਮੈਂ ਪਾਤਰ ਨੂੰ ਮਨੁੱਖ ਦਾ ਬੜਾ ਮਿੱਧਿਆ ਹੋਇਆ ਨਮੂਨਾ ਜਾਪਿਆ। ਜ਼ਿੰਦਗੀ ਵਿੱਚ ਉਹਦੇ ਵਿੱਚ ਇੰਨੀ ਕੁ ਸੀ ਜਿੰਨੀ ਮਾਂ ਦੇ ਦਾਣੇ 'ਚ ਸਫੇਦੀ। ਉਹਦੇ ਮੱਥੇ, ਬੁੱਲ, ਧੌਣ, ਕੱਪੜੇ, ਪੈਰ ਸਾਰਿਆਂ ਤੇ ਜਿਵੇਂ ਇੱਕ ਸੁਹਾਗਾ ਜਿਹਾ ਫਿਰਿਆ ਹੋਵੇ। ਇਸ ਤਰੀਕੇ ਦਾ ਉਹ ਪਾਤਰ ਸੀ ਔਰ ਉਹਨੂੰ ਵੇਖ ਕੇ ਮੈਂ ਪਾਤਰ ਨੇ ਆ ਸੋਚਿਆ। ਦੂਜਾ, ਮੈਂ ਪਾਤਰ ਉਸ ਬਾਰੇ ਕਿਹੜੀ ਗੱਲ ਜਾਣਨਾ ਚਾਹੁੰਦਾ ਹੈ। ਮੈਂ ਪਾਤਰ ਉਸ ਬਾਰੇ ਜਾਣਨ ਲਈ ਕਾਹਲਾ ਪੈ ਗਿਆ ਸੀ ਕਿ ਕਿਸ ਗੱਲ ਨੇ ਉਸ ਨੂੰ ਇਸ ਤਰ੍ਹਾਂ ਰਗੜ ਸੁੱਟਿਆ। ਬਈ ਇਹ ਹਾਲਤ ਉਹਦੀ ਕਿਸ ਕਾਰਨ ਹੋਈ। ਮੈਂ ਪਾਤਰ ਇਹ ਜਾਣਨਾ ਚਾਹੁੰਦਾ ਸੀ। ਉਹ ਕਿੱਥੋਂ ਦਾ ਰਹਿਣ ਵਾਲਾ ਸੀ। ਉਹ ਪਾਕਿਸਤਾਨ ਦੇ ਸਾਂਗਲੇ ਸ਼ਹਿਰ ਦਾ ਰਹਿਣ ਵਾਲਾ ਸੀਗਾ। ਚੌਥਾ ਪ੍ਰਸ਼ਨ, ਮੈਂ ਪਾਤਰ ਨੇ ਸਾਂਗਲੇ ਸੰਬੰਧੀ ਕੀ ਸੁਣਿਆ ਹੋਇਆ ਸੀ। ਮੈਂ ਪਾਤਰ ਨੇ ਸੁਣਿਆ ਹੋਇਆ ਸੀ ਕਿ ਸਾਂਗਲੇ ਇੱਕ ਪਹਾੜੀ ਹੈ ਜਿਸ ਦੇ ਪੱਥਰ ਕੱਟ ਕੇ ਗੱਡੀ ਦੀਆਂ ਲਾਈਨਾਂ ਤੇ ਵਿਛਾਇਆ ਜਾਂਦਾ ਹੈ। ਇਸ ਲਈ ਉਸ ਨੂੰ ਸਾਂਗਲਾ ਹਿੱਲ ਵੀ ਆਖਦੇ ਨੇ। ਪੰਜਵਾਂ ਪ੍ਰਸ਼ਨ, ਤੂੰ ਮੈਨੂੰ ਜਾਣਨਾ ਵਾਕ ਕਹਾਣੀ ਵਿੱਚ ਕਿਸ ਪ੍ਰਸੰਗ ਵਿੱਚ ਵਰਤਿਆ ਗਿਆ। ਇਹਦਾ ਉੱਤਰ ਹੋਵੇਗਾ ਜਦੋਂ ਮੈਂ ਪਾਤਰ ਉਸ ਨੂੰ ਪੁੱਛਦਾ ਹੈ ਕਿ ਤੂੰ ਸਾਂਗਲੇ ਤੋਂ ਆਇਆ ਨਾ, ਉੱਥੇ ਜਿਹੜੀ ਪਹਾੜੀ ਸੀ ਤੂੰ ਕਦੀ ਉਸ ਤੇ ਚੜਿਆ। ਤਾਂ ਉਹ ਚਾਹ ਨਾਲ ਉਛਲ ਕੇ ਪੁੱਛਦਾ ਹੈ, ਤੂੰ ਮੈਨੂੰ ਜਾਣਨਾ। ਭਾਵ ਉਸ ਨੂੰ ਲੱਗਿਆ ਕੋਈ ਤਾਂ ਹੈ ਜਿਹੜਾ ਇੱਥੇ ਯਾਨੀ ਕਿ ਮੈਨੂੰ ਜਾਣਦਾ ਹੈ। 6 ਪ੍ਰਸ਼ਨ ਨੰਬਰ 6, ਵਿਆਹ ਸੰਬੰਧੀ ਉਸਦੇ ਕੀ ਵਿਚਾਰ ਸਨ। ਵਿਆਹ ਸੰਬੰਧੀ ਉਹਦੇ ਆ ਵਿਚਾਰ ਸੀ ਬਈ ਇੱਕ ਵਾਰ ਅਗਰ ਮੈਂ ਵਿਆਹ ਕਰਾਇਆ ਤਾਂ ਪੈਸੇ ਦੇ ਕੇ ਕਰਾਉਂਗਾ, ਫ੍ਰੀ 'ਚ ਨਹੀਂ ਕਰਾਂਦਾ। ਬਈ ਫ੍ਰੀ ਵਾਲੀ ਬੋਟੀ ਉਹ ਚਲੀ ਜਾਂਦੀ ਹੈ, ਪੈਸੇ ਦੇ ਕੇ ਕਰਾਵਾਂਗੇ ਇੱਕ ਵਾਰ। ਔਰ ਅਖੀਰਲਾ ਔਰ ਲਾਸਟ ਪ੍ਰਸ਼ਨ, ਮੈਨੂੰ ਜਾਣਨੇ ਕਹਾਣੀ ਕੀ ਸੁਨੇਹਾ ਦਿੰਦੀ ਹੈ। ਇਹ ਕਹਾਣੀ ਸਾਨੂੰ ਸੁਨੇਹਾ ਦਿੰਦੀ ਹੈ ਕਿ ਜਿਸ ਮਨੁੱਖ ਨੂੰ ਕੋਈ ਜਾਣਦਾ ਨਹੀਂ ਉਹ ਆਪਣਾ ਵਜੂਦ ਗਵਾ ਬੈਠਦਾ ਹੈ ਤੇ ਜਿਉਂਦਿਆਂ ਮਰਿਆ ਵਰਗਾ ਹੋ ਜਾਂਦਾ ਹੈ ਤੇ ਥੋੜੀ ਜੀ ਆਪਣਤ ਵੀ ਉਸ ਨੂੰ ਜ਼ਿੰਦਗੀ ਜਿਉਣ ਦਾ ਹੌਸਲਾ ਦਿੰਦੀ ਹੈ। ਜਿਵੇਂ ਕਿ ਆਪਾਂ ਕਹਾਣੀ ਵਿੱਚ ਵੇਖਿਆ ਭਈ ਜਿਵੇਂ ਉਹਨਾਂ ਦੀ ਜਾਣਕਾਰੀ ਹੋ ਜਾਂਦੀ ਹੈ ਤਾਂ ਉਹਨੂੰ ਐਵੇਂ ਲੱਗਦਾ ਕਿ ਮੈਨੂੰ ਕੋਈ ਜਾਣਦਾ ਔਰ ਆਪਣਾ ਵਜੂਦ ਵਾਪਸ ਜਾਗ ਜਾਂਦਾ ਔਰ ਇੱਕ ਦੁਬਾਰਾ ਉਹਨੂੰ ਖੁਸ਼ੀ ਦੇ ਪਲ ਹੈ ਜਿਹੜੇ ਉਹ ਦੁਬਾਰਾ ਮਿਲਦੇ ਨੇ। ਬਹੁਤ ਬਹੁਤ ਧੰਨਵਾਦ। ਜੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਸਬਸਕ੍ਰਾਈਬ ਕਰੋ।